गुड मॉर्निंग स्टूडेंट्स। आज आप करांगे यूनिट 4 ਦਾ लास्ट टॉपिक। दिस टॉपिक इज़ वेरी इंपॉर्टेंट। एक ਜਿਹੜਾ टॉपिक आ बहुत इंपॉर्टेंट हैगा। 2-3 ਵਾਰ ਤੁਹਾਨੂੰ प्रीवियस एग्जामिनेशन 'ਚ ਆ ਚੁੱਕਿਆ। टॉपिक ਦਾ ਨੇਮ ਆ ਵਿਗਿਆਨ ਅਤੇ ਸਮਾਜਿਕ ਅੰਤਰਕਿਰਿਆਵਾਂ ਬਾਰੇ ਮੁੱਢਲੀ ਜਾਣਕਾਰੀ, ਵਾਤਾਵਰਣ, ਸਿਹਤ ਅਤੇ ਸ਼ਾਂਤੀ ਲਈ ਵਿਗਿਆਨ। फस्ट इंट्रोडक्शन टू साइंस एंड सोसाइटी इंटरफेस। विज्ञान ਅਤੇ ਸਮਾਜਿਕ ਅੰਤਰਕਿਰਿਆਵਾਂ ਬਾਰੇ ਮੁੱਢਲੀ ਜਾਣਕਾਰੀ। ਵਿਗਿਆਨ ਅਤੇ ਸਮਾਜਿਕ ਅੰਤਰਕਿਰਿਆਵਾਂ ਦਾ ਬਹੁਤ ਗੂੜਾ ਸੰਬੰਧ ਹੈ। ਅਸੀਂ ਆਪਣੀ ਰੋਜ਼ਾਨਾ ਜੀਵਨ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਸਿੱਧੇ ਤੌਰ 'ਤੇ ਜਾਂ ਅਸਿੱਧੇ ਤੌਰ 'ਤੇ ਵਿਗਿਆਨ 'ਤੇ ਹੀ ਨਿਰਭਰ ਕਰਦੇ ਹਾਂ। ਉਦਾਹਰਣ ਵਜੋਂ ਘਰਾਂ ਵਿੱਚ ਗਰਮੀਆਂ ਤੋਂ ਬਚਣ ਲਈ ਪੱਖੇ, ਏਸੀ ਅਤੇ ਸਰਦੀ ਤੋਂ ਬਚਣ ਲਈ ਹੀਟਰ ਦੀ ਵਰਤੋਂ ਕਰਦੇ ਹਾਂ। ਅਤੇ ਸੰਚਾਰ ਦੇ ਖੇਤਰ ਵਿੱਚ ਵੀ ਵਿਗਿਆਨ ਦੀਆਂ ਕਾਢਾਂ 'ਤੇ ਹੀ ਨਿਰਭਰ ਕਰਦੇ ਹਾਂ। ਅਸੀਂ ਸਵੇਰ ਤੋਂ ਲੈ ਕੇ ਰਾਤ ਤੱਕ ਵਿਗਿਆਨ ਦੁਆਰਾ ਪ੍ਰਾਪਤ ਸਾਧਨਾਂ ਦੀ ਹੀ ਵਰਤੋਂ ਕਰਦੇ ਹਾਂ। ਕੋਈ ਵੀ ਖੇਤਰ ਅਜਿਹਾ ਨਹੀਂ ਹੈ ਜੋ ਵਿਗਿਆਨ ਦੀ ਪਹੁੰਚ ਤੋਂ ਅਧੂਰਾ ਹੋਵੇ। ਵਿਗਿਆਨ ਤੱਥਾਂ ਅਤੇ ਸਬੂਤਾਂ 'ਤੇ ਆਧਾਰਿਤ ਵਿਸ਼ਾ ਹੈ। ਵਿਗਿਆਨ ਦੇ ਸਮਾਜ ਵਿੱਚ ਚੱਲ ਰਹੇ ਖੋਖਲੇ ਰੀਤੀ ਰਿਵਾਜ਼ਾਂ ਨੂੰ ਵੀ ਖਤਮ ਕੀਤਾ ਹੈ। ਜਿੱਥੇ ਵਿਗਿਆਨ ਦੇ ਫਾਇਦੇ ਹਨ ਉੱਥੇ ਨੁਕਸਾਨ ਵੀ ਹਨ। ਅੱਜ ਕੱਲ੍ਹ ਬੱਚੇ ਸਿਰਫ ਆਪਣੇ ਕੰਪਿਊਟਰ, ਮੋਬਾਈਲ ਉੱਪਰ ਜ਼ਿਆਦਾ ਸਮਾਂ ਗੁਜ਼ਾਰ ਕੇ ਹੀ ਖੁਸ਼ ਰਹਿੰਦੇ ਹਨ, ਜਿਸ ਨੇ ਸਮਾਜਿਕ ਸੰਬੰਧਾਂ ਨੂੰ ਕਾਫੀ ਠੇਸ ਪਹੁੰਚਾਈ ਹੈ। ਇਹਦਾ ਮਤਲਬ ਹੈ ਕਿ ਜਿਹੜਾ ਵਿਗਿਆਨ ਆ ਉਹਦੇ ਪੋਜ਼ੀਟਿਵ ਪੁਆਇੰਟ ਵੀ ਹੈ ਐਂਡ ਨੈਗੇਟਿਵ ਵੀ ਹੈਗੇ ਆ, ਬਟ ਹਿਊਮਨ 'ਤੇ ਡਿਪੈਂਡ ਕਰਦਾ ਕਿ ਉਹਨੇ ਪੋਜ਼ੀਟਿਵ ਬੈਨੀਫਿਟ ਲੈਣੇ ਆ ਸਾਇੰਸ ਤੋਂ ਜਾਂ ਨੈਗੇਟਿਵ ਲੈਣੇ ਆ। ਹੁਣ ਜਿਹੜਾ ਵਿਗਿਆਨ ਆ, ਵਿਗਿਆਨ ਦੀ ਜਿਹੜੀ ਆਪਣੀ ਹੈਲਥ ਹੈਗੀ ਆ ਉਹਦੇ ਉੱਪਰ ਵੀ ਰੋਲ ਹੈਗਾ। ਤਾਂ ਆਪਾਂ ਕਰਾਂਗੇ ਕਿ ਵਿਗਿਆਨ ਦਾ ਸਿਹਤ ਦੇ ਖੇਤਰ ਵਿੱਚ ਕੀ ਰੋਲ ਹੈ ਜਾਂ ਵਿਗਿਆਨ ਦਾ ਸਾਹਿਤ ਨਾਲ ਕੀ ਸੰਬੰਧ ਹੈ। ਫਸਟ ਆ ਸਰੀਰ ਬਾਰੇ ਵਿਗਿਆਨ। ਸਰੀਰ ਬਾਰੇ ਗਿਆਨ। ਜਿਹੜਾ ਵਿਗਿਆਨ ਆ ਉਹ ਸਾਨੂੰ ਜਿਹੜੀ ਆਪਣੀ ਬਾਡੀ ਹੈਗੀ ਉਹਦੇ ਬਾਰੇ ਨੌਲੇਜ ਪ੍ਰੋਵਾਈਡ ਕਰਦਾ। ਜਿਵੇਂ ਆਪਣੀ ਮਨੁੱਖੀ ਸਰੀਰ ਵੱਖ-ਵੱਖ ਅੰਗਾਂ ਤੋਂ ਮਿਲ ਕੇ ਬਣਿਆ ਹੋਇਆ ਅਤੇ ਹਰ ਇੱਕ ਅੰਗ ਦਾ ਆਪਣਾ ਆਪਣਾ ਕਾਰਜ ਹੁੰਦਾ ਹੈ। ਜਿਵੇਂ ਅੱਖ, ਨੱਕ, ਕੰਨ, ਦਿਲ, ਫੇਫੜੇ। ਜਿਵੇਂ ਦਿਲ ਦਾ ਕੰਮ ਹੁੰਦਾ ਖੂਨ ਨੂੰ ਪੰਪ ਕਰਨਾ, ਅਤੇ ਜਿਹੜਾ ਫੇਫੜੇ ਹੁੰਦੇ ਆ ਉਹਨਾਂ ਦਾ ਕੰਮ ਹੁੰਦਾ ਸਾਹ ਲੈਣ ਵਿੱਚ ਮਦਦ ਕਰਨਾ। ਅੱਖ ਦਾ ਕੰਮ ਹੁੰਦਾ ਦੇਖਣਾ, ਅਤੇ ਕੰਨ ਨਾਲ ਆਪਾਂ ਸੁਣਦੇ ਹਾਂ। ਅਤੇ ਹਰ ਇੱਕ ਅੰਗ ਦੀ ਜਿਹੜੀ ਕਾਰਜ ਆ ਉਹ ਵੱਖਰਾ ਵੱਖਰਾ। ਤਾਂ ਸਾਹ ਨਾਲੀ ਦੇ ਜਿਹੜੀ ਪਾਚਨ ਪ੍ਰਣਾਲੀ ਹੈਗੀ ਆ, ਪਾਚਨ ਪ੍ਰਣਾਲੀ ਦਾ ਆਪਣਾ ਕੰਮ ਆ ਜਿਸ ਨਾਲ ਅਸੀਂ ਕੋਈ ਵੀ ਭੋਜਨ ਖਾਂਦੇ ਹਾਂ ਉਹ ਪਚਦਾ ਆਪਣੇ ਸਰੀਰ ਵਿੱਚ। ਤਾਂ ਇਹਦੀ ਜਿਹੜੀ ਜਾਣਕਾਰੀ ਹੈਗੀ ਆ ਵੱਖ ਵੱਖ ਅੰਗਾਂ ਦੀ ਅਤੇ ਉਹਨਾਂ ਦੇ ਕਾਰਜ ਦੀ ਜਾਣਕਾਰੀ ਵਿਗਿਆਨ ਦੇ ਨਾਲ ਹੀ ਸੰਭਵ ਹੋਈ ਹੈ। ਆਪਸ ਵਿੱਚ ਵਿਗਿਆਨ, ਅਸੀਂ ਕੋਈ ਵੀ ਚੀਜ਼ ਹੈ ਜਿਵੇਂ ਆਪਣੀ ਬਾਡੀ ਬਾਰੇ ਨੌਲੇਜ ਲੈਣੀ ਤਾਂ ਅਸੀਂ ਜ਼ਿਆਦਾ ਟਾਈਮ ਕੀ ਆ ਵਿਗਿਆਨ ਉੱਤੇ ਹੀ ਨਿਰਭਰ ਕਰਦੇ ਹਾਂ। ਜਿਵੇਂ ਅਲਕੋਹਲ ਪੀਣ ਦੇ ਨਾਲ ਜਿਹੜੇ ਹੈਗੇ ਆ ਲੀਵਰ ਦੀ ਫੰਕਸ਼ਨਿੰਗ ਜਿਹੜੀ ਹੈ ਡਿਸਟਰਬ ਹੁੰਦੀ ਆ। ਉੱਦਾਂ ਹੀ ਬੀੜੀ ਜਾਂ ਧੂਏ ਨਾਲ ਫੇਫੜਿਆਂ ਦੀ ਜਿਹੜੀ ਫੰਕਸ਼ਨਿੰਗ ਆ ਉਹ ਡਿਸਟਰਬ ਹੁੰਦੀ ਆ। ਤਾਂ ਜਿਹੜੇ ਵੀ ਮਨੁੱਖੀ ਸਰੀਰ ਦੇ ਅੰਦਰੂਨੀ ਅੰਗ ਹੁੰਦੇ ਜਿਨ੍ਹਾਂ ਨੂੰ ਆਪਾਂ ਅੱਖਾਂ ਨਾਲ ਨਹੀਂ ਦੇਖ ਸਕਦੇ, ਉਹਨਾਂ ਨੂੰ ਵਿਗਿਆਨ ਦੀਆਂ ਕਾਢਾਂ ਸਦਕਾ ਹੀ ਐਕਸਰੇ ਅਤੇ CT ਸਕੈਨ ਦੁਆਰਾ ਆਧੁਨਿਕ ਤਕਨੀਕਾਂ ਨਾਲ ਦੇਖਿਆ ਜਾ ਸਕਦਾ ਹੈ। ਇਹ ਸਭ ਕੁਝ ਵਿਗਿਆਨ ਦੇ ਨਾਲ ਹੀ ਸੰਭਵ ਹੋਇਆ ਹੈ। ਸੈਕਿੰਡ ਆਪਾਂ ਕਰਾਂਗੇ ਭੋਜਨ ਬਾਰੇ ਗਿਆਨ। ਜੋ ਅਸੀਂ ਭੋਜਨ ਖਾਂਦੇ ਹਾਂ, ਸਭ ਤੋਂ ਪਹਿਲਾਂ ਆਪਾਂ ਭੋਜਨ ਕਿਉਂ ਖਾਂਦੇ ਹਾਂ? ਜਿਉਂਦੇ ਰਹਿਣ ਲਈ, ਅਤੇ ਭੋਜਨ ਸਾਨੂੰ ਊਰਜਾ ਪ੍ਰਦਾਨ ਕਰਦਾ ਹੈ। ਭੋਜਨ ਦਾ ਸੰਤੁਲਿਤ ਅਤੇ ਅਸੰਤੁਲਿਤ ਹੋਣਾ ਕਿਸੇ ਵੀ ਮਨੁੱਖ ਦੇ ਸਿਹਤ ਨੂੰ ਪ੍ਰਦਰਸ਼ਿਤ ਕਰਦਾ ਹੈ। ਜੇਕਰ ਭੋਜਨ ਅਸੰਤੁਲਿਤ ਹੋਏਗਾ ਤਾਂ ਸਾਨੂੰ ਬਹੁਤ ਸਾਰੇ ਰੋਗਾਂ ਦਾ ਸਾਹਮਣਾ ਕਰਨਾ ਪਏਗਾ। ਭੋਜਨ ਦਾ ਸੰਤੁਲਿਤ ਹੋਣਾ ਮਤਲਬ ਆ ਕਿ ਭੋਜਨ ਦੇ ਵਿੱਚ ਹਰ ਇੱਕ ਪੌਸ਼ਟਿਕ ਤੱਤ ਉਚਿਤ ਮਾਤਰਾ ਵਿੱਚ ਮੌਜੂਦ ਹੋਵੇ। ਜਿਵੇਂ ਪ੍ਰੋਟੀਨ, ਕਾਰਬੋਹਾਈਡਰੇਟ, ਵਿਟਾਮਿਨ, ਖਣਿਜ ਪਦਾਰਥ ਆਦਿ। ਤਾਂ ਜਿਹੜਾ ਪ੍ਰੋਟੀਨ ਆਪਾਂ ਨੂੰ ਕਿਹਦੇ ਤੋਂ ਮਿਲਦਾ? ਦੁੱਧ, ਦਹੀਂ, ਪਨੀਰ,
ਦਾਲਾਂ ਤੋਂ ਮਿਲਦਾ, ਰਾਜਮਾ ਤੋਂ, ਸੋਇਆਬੀਨ ਤੋਂ, ਮਟਰ ਤੋਂ। ਅਤੇ ਆਇਰਨ ਕਾਹਤੋਂ ਮਿਲਦਾ? ਪਾਲਕ ਤੋਂ, ਜਿਹੜੀਆਂ ਪੱਤੇਦਾਰ ਸਬਜ਼ੀਆਂ ਹੁੰਦੀਆਂ ਗ੍ਰੀਨ ਕਲਰ ਦੀ, ਉਹ ਤੋਂ ਆਇਰਨ ਮਿਲਦਾ। ਆਇਰਨ ਅਤੇ ਪਾਲਕ ਅਤੇ ਸੇਬ ਤੋਂ ਆਪਾਂ ਨੂੰ ਆਇਰਨ ਮਿਲਦਾ, ਤਾਂ ਇਹ ਖਾਣੇ ਚਾਹੀਦੇ ਆ। ਇਸ ਤੋਂ ਇਲਾਵਾ ਵਿਗਿਆਨ ਨੇ ਸਾਨੂੰ ਇਹ ਦੱਸਿਆ ਕਿ ਸੰਤੁਲਿਤ ਭੋਜਨ ਬਾਰੇ ਪੂਰਾ ਗਿਆਨ ਦਿੱਤਾ ਕਿ ਸੰਤੁਲਿਤ ਭੋਜਨ ਕਿੰਨੀ ਮਾਤਰਾ ਵਿੱਚ ਖਾਣਾ ਚਾਹੀਦਾ। ਜੇਕਰ ਭੋਜਨ ਵਿੱਚ ਕਿਸੇ ਤੱਤ ਦੀ ਘਾਟ ਹੋਵੇ ਤਾਂ ਵੱਖ-ਵੱਖ ਜਿਹੜੀਆਂ ਬਿਮਾਰੀਆਂ ਉਹ ਲੱਗ ਜਾਂਦੀਆਂ, ਜਿਵੇਂ ਵਿਟਾਮਿਨ ਬੀ ਦੀ ਕਮੀ ਦੇ ਨਾਲ ਬੇਰੀ-ਬੇਰੀ ਹੋ ਜਾਂਦਾ ਹੈ, ਵਿਟਾਮਿਨ ਸੀ ਦੀ ਕਮੀ ਨਾਲ ਅੰਧਰਾਤਾ ਹੋ ਜਾਂਦਾ। ਤਾਂ ਇਹ ਸਭ ਕੁਝ ਜਾਣਕਾਰੀ ਆਪਾਂ ਨੂੰ ਵਿਗਿਆਨ ਨੇ ਦਿੱਤੀ ਆ। ਥਰਡ ਆ ਟੈਸਟ। ਸਮੇਂ ਦੇ ਨਾਲ ਜਿਹੜੇ ਹੈਗੇ ਆ, ਮਨੁੱਖ ਨੂੰ ਬਹੁਤ ਸਾਰੀਆਂ ਬਿਮਾਰੀਆਂ ਨੇ ਘੇਰਾ ਪਾ ਲਿਆ ਹੈ। ਜੇਕਰ ਕੋਈ ਵਿਅਕਤੀ ਬਿਮਾਰ ਹੁੰਦਾ ਹੈ ਤਾਂ ਉਹ ਕਿਵੇਂ ਪਤਾ ਲੱਗੇਗਾ? ਸਭ ਤੋਂ ਪਹਿਲਾਂ ਡਾਕਟਰ ਉਹਨਾਂ ਦੀ ਟੈਸਟਿੰਗ ਕਰਦਾ। ਟੈਸਟਿੰਗ ਜਿਹੜੀ ਕਾਢ ਹੈਗੀ ਉਹ ਵਿਗਿਆਨ ਦੀ ਆ, ਜਿਹਦੇ ਨਾਲ ਬਹੁਤ ਸਾਰੀਆਂ ਮਸ਼ੀਨਾਂ ਦੀ ਦੇਣ ਆ। ਜਿਵੇਂ ਵਿਗਿਆਨ ਦੇ ਵਿੱਚ ਟੈਸਟ ਕਰਵਾਏ ਜਾਂਦੇ ਆ, ਜਿਵੇਂ CT ਸਕੈਨ, ECG ਦਿਲ ਦੀ ਹੁੰਦੀ ਆ। ਜਦੋਂ ਆਪਾਂ ਨੂੰ ਦਿਲ ਦੀ ਕੋਈ ਹਾਰਟ ਅਟੈਕ ਵਗੈਰਾ ਪ੍ਰੋਬਲਮ ਹੋਵੇ ਤਾਂ ਆਪਾਂ ECG ਕਰਾਉਂਦੇ ਹਾਂ। ਬ੍ਰੇਨ ਦੀ MRI ਹੁੰਦੀ ਆ, ਸਕੈਨ, ਅਲਟਰਾਸਾਊਂਡ, BP ਟੈਸਟ, ਬਲੱਡ ਪ੍ਰੈਸ਼ਰ ਟੈਸਟ, ਹੀਮੋਗਲੋਬਿਨ ਟੈਸਟ ਆਦਿ ਸਾਰੇ ਕਰਵਾਏ ਜਾਂਦੇ ਹਨ। ਤਾਂ ਆਪਾਂ ਬਲੱਡ ਦੇ ਸੈਂਪਲ ਤੋਂ ਹੀ ਮਨੁੱਖ ਦੀ ਬਿਮਾਰੀ ਦਾ ਪਤਾ ਲਗਾ ਸਕਦੇ ਹਾਂ। ਇਹ ਸਭ ਕੁਝ ਵਿਗਿਆਨ ਦੇ ਸਦਕਾ ਹੀ ਸੰਭਵ ਹੋਇਆ ਹੈ। ਬਿਮਾਰੀਆਂ ਦਾ ਇਲਾਜ। ਫੋਰਥ ਪੁਆਇੰਟ ਆ ਬਿਮਾਰੀਆਂ ਦਾ ਇਲਾਜ। ਅੱਜ ਕੱਲ੍ਹ ਦੇ ਯੁੱਗ ਵਿੱਚ ਇਨਸਾਨ ਵੱਡੀ ਗਿਣਤੀ ਵਿੱਚ ਬਿਮਾਰੀਆਂ ਜਿਵੇਂ ਮਲੇਰੀਆ, ਟਾਈਫਾਇਡ, ਕੈਂਸਰ, ਪਲੇਗ, ਅਸਥਮਾ, ਅਧਰੰਗ ਆਦਿ ਨਾਲ ਘਿਰਿਆ ਹੋਇਆ ਹੈ। ਇਹ ਬਿਮਾਰੀਆਂ ਜਦੋਂ ਪੁਰਾਣੇ ਸਮੇਂ ਵਿੱਚ ਹੁੰਦੀਆਂ ਸੀ ਤਾਂ ਮੌਤ ਦਾ ਕਾਰਨ ਬਣਦੀਆਂ ਸੀ, ਪਰੰਤੂ ਅੱਜ ਕੱਲ੍ਹ ਵਿਗਿਆਨ ਦੁਆਰਾ ਹੀ ਵੱਡੀ ਗਿਣਤੀ ਵਿੱਚ ਬਿਮਾਰੀਆਂ ਦੇ ਇਲਾਜ ਲੱਭ ਲਏ ਹਨ। ਇਹਨਾਂ ਨੂੰ ਦੂਰ ਕਰਨ ਲਈ ਦਵਾਈਆਂ, ਟੀਕੇ ਆਦਿ ਤਿਆਰ ਕੀਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਵਿਗਿਆਨ ਰਾਹੀਂ ਇਹਨਾਂ ਬਿਮਾਰੀਆਂ ਦੇ ਕਾਰਨਾਂ ਬਾਰੇ ਵੀ ਪਤਾ ਲੱਗ ਚੁੱਕਾ ਹੈ, ਜਿਸ ਦੇ ਆਧਾਰ 'ਤੇ ਇਨਸਾਨ ਪਹਿਲਾਂ ਹੀ ਰੋਕਥਾਮ ਕਰਨ ਯੋਗ ਹੋ ਜਾਂਦਾ ਹੈ। ਜਿਵੇਂ ਤੁਹਾਨੂੰ ਪਤਾ ਹੈ ਕਿ ਹੁਣ ਕਰੋਨਾ ਵਾਇਰਸ ਚੱਲ ਰਿਹਾ। ਜਿਹੜਾ ਕਰੋਨਾ ਵਾਇਰਸ ਦੀ ਵੈਕਸੀਨ ਹੈਗੀ ਆ ਜਾਂ ਦਵਾਈ ਹੈਗੀ ਆ, ਉਹ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਹੁਣ ਪਲਾਜ਼ਮਾ ਥੈਰੇਪੀ ਦੇ ਨਾਲ ਇਹਦਾ ਇਲਾਜ ਸ਼ਾਇਦ ਟਰਾਇਲ ਕੀਤਾ ਗਿਆ, ਮੇ ਵੀ ਪੋਸੀਬਲ ਹੋਵੇ। ਅਤੇ ਇਹ ਸਭ ਕੁਝ ਕਿਹਦੇ ਕਰਕੇ ਹੋਇਆ? ਸਿਰਫ ਵਿਗਿਆਨ ਸਦਕਾ ਹੀ ਹੋਇਆ। ਫਿਫਥ ਪੁਆਇੰਟ ਆ ਮਸ਼ੀਨੀਕਰਨ। ਜਦੋਂ ਆਪਾਂ ਹੌਸਪੀਟਲ ਜਾਂਦੇ ਹਾਂ ਇਲਾਜ ਕਰਾਉਣ ਲਈ ਤਾਂ ਵੱਡੀਆਂ ਵੱਡੀਆਂ ਮਸ਼ੀਨਾਂ ਦੇਖਦੇ ਹਾਂ। ਜਿਹੜਾ ICU ਹੁੰਦਾ, ਉਹਦੇ ਵਿੱਚ ਬਹੁਤ ਸਾਰੀਆਂ ਮਸ਼ੀਨਾਂ ਕਾਰਜ ਕਰ ਰਹੀਆਂ ਹੁੰਦੀਆਂ ਹਨ। ਉਹਨਾਂ ਨੂੰ ਤੇਜ਼ੀ ਨਾਲ ਆਪਰੇਟ ਕਰਨਾ, ਟੈਸਟ ਕਰਨਾ ਆਦਿ ਕਰ ਸਕਦੀਆਂ ਹਨ। ਸਿਹਤ ਦੇ ਖੇਤਰ ਵਿੱਚ ਅਜਿਹੀਆਂ ਮਸ਼ੀਨਾਂ ਦੀ ਹੋਂਦ ਸਿਰਫ ਵਿਗਿਆਨ ਨਾਲ ਹੀ ਸੰਭਵ ਹੈ। ਮਸ਼ੀਨਾਂ ਰਾਹੀਂ ਕਈ ਵੱਡੇ ਰੋਗਾਂ ਦਾ ਇਲਾਜ, ਜਿਵੇਂ ਲੇਜ਼ਰ ਜਿਹੜੀ ਟੈਕਨੋਲੋਜੀ ਆ ਉਹਦੇ ਨਾਲ ਆਈ ਦਾ ਆਪਰੇਟ ਹੋ ਸਕਦਾ। ਤਾਂ ਲੇਜ਼ਰ ਦੀ ਟੈਕਨੋਲੋਜੀ ਦੇ ਨਾਲ ਅਸੀਂ ਵੱਖ-ਵੱਖ ਤਰ੍ਹਾਂ ਦੇ ਆਪਰੇਸ਼ਨ ਕਰ ਸਕਦੇ ਹਾਂ ਅਤੇ ਬਿਨਾਂ ਦੁੱਖ ਤੋਂ ਘੱਟ ਸਮੇਂ ਵਿੱਚ ਇਲਾਜ ਸੰਭਵ ਹੈ। 6 ਪੁਆਇੰਟ ਆ ਵਾਤਾਵਰਣੀ ਗਿਆਨ। ਜਿਹੜਾ ਵਿਗਿਆਨ ਆ ਉਹ ਸਾਨੂੰ ਵਾਤਾਵਰਨ ਬਾਰੇ ਵੀ ਗਿਆਨ ਪ੍ਰਦਾਨ ਕਰਦਾ। ਵਾਤਾਵਰਨ ਵਿੱਚ ਕਈ ਅਜਿਹੇ ਤੱਤ ਹੁੰਦੇ ਹਨ ਜਿਹੜੇ ਸਰੀਰ ਲਈ ਉਪਯੋਗੀ ਹਨ, ਜਿਵੇਂ ਆਕਸੀਜਨ ਸਾਹ ਲੈਣ ਲਈ ਕੰਮ ਆਉਂਦੀ ਹੈ। ਇਸ ਦੇ ਉਲਟ ਕਈ ਅਜਿਹੇ ਤੱਤ ਹਨ ਜੋ ਸਾਡੇ ਲਈ ਨੁਕਸਾਨਦਾਇਕ ਵੀ ਹਨ, ਜਿਵੇਂ ਕਾਰਬਨ ਡਾਈਆਕਸਾਈਡ ਐਂਡ ਮੋਨੋਆਕਸਾਈਡ ਅਤੇ ਧੂੰਆਂ। ਹੁਣ ਵਾਤਾਵਰਨ ਦੇ ਇਹਨਾਂ ਤੱਤਾਂ ਬਾਰੇ ਗਿਆਨ ਸਾਨੂੰ ਇਹਨਾਂ ਦਾ ਮਨੁੱਖੀ ਸਰੀਰ ਉੱਤੇ ਕੀ ਪ੍ਰਭਾਵ ਪੈਂਦਾ ਹੈ, ਇਹਨਾਂ ਤੱਤਾਂ ਇਹ ਪੈਦਾ ਕਿੱਥੋਂ ਹੁੰਦੇ ਹਨ, ਇਸ ਦੇ ਬਾਰੇ ਗਿਆਨ ਸਾਨੂੰ ਵਿਗਿਆਨ ਹੀ ਦਿੰਦਾ ਹੈ। 7 ਪੁਆਇੰਟ ਆ ਦਵਾਈਆਂ ਬਾਰੇ ਗਿਆਨ। ਅੱਜ ਕੱਲ੍ਹ ਹਰ ਰੋਗ ਲਈ ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਦਵਾਈਆਂ ਦੀ ਵਰਤੋਂ ਕਰਦੇ ਹਾਂ। ਜਿਵੇਂ ਜ਼ੁਕਾਮ, ਸਰਦੀ, ਖਾਂਸੀ, ਬੁਖਾਰ ਆਦਿ ਰੋਗਾਂ ਲਈ ਅਸੀਂ ਦਵਾਈਆਂ ਲੈਂਦੇ ਹਾਂ। ਦਵਾਈਆਂ ਨਾ ਸਿਰਫ ਛੋਟੇ ਰੋਗਾਂ ਨਹੀਂ ਬਲਕਿ ਵੱਡੇ ਰੋਗਾਂ ਜਿਵੇਂ ਮਲੇਰੀਆ, ਸ਼ੂਗਰ, ਬਲੱਡ ਪ੍ਰੈਸ਼ਰ ਆਦਿ ਲਈ ਵੀ ਉਪਲਬਧ ਹੁੰਦੀਆਂ ਹਨ। ਇਹਨਾਂ ਦਵਾਈਆਂ ਨੂੰ ਸਾਨੂੰ ਲਗਭਗ ਹਰ ਰੋਗ ਤੋਂ ਮੁਕਤ ਕਰਨ ਵਿੱਚ ਆਪਣਾ ਅਹਿਮ ਰੋਲ ਅਦਾ ਕੀਤਾ ਹੈ ਅਤੇ ਇਹ ਦਵਾਈਆਂ ਵਿਗਿਆਨ ਦੀ ਹੀ ਦੇਣ ਹੈ। 8 ਪੁਆਇੰਟ ਆ ਜ਼ਰੂਰੀ ਤੱਤਾਂ ਦੀ ਸੰਭਾਲ। ਸਾਡੀ ਸਿਹਤ ਉੱਪਰ ਕਈ ਤੱਤਾਂ ਦਾ ਧਨਾਤਮਕ ਪ੍ਰਭਾਵ ਹੁੰਦਾ ਅਤੇ ਕਈਆਂ ਦਾ ਰਿਣਾਤਮਕ ਹੁੰਦਾ ਹੈ। ਉਦਾਹਰਨ ਵਜੋਂ ਸੂਰਜ ਤੋਂ ਆ ਰਹੀਆਂ ਪਰਾਬੈਂਗਨੀ ਕਿਰਨਾਂ ਮਨੁੱਖੀ ਸਰੀਰ ਉੱਪਰ ਪੈਂਦੀਆਂ ਹਨ ਤਾਂ ਉਸਨੂੰ ਚਮੜੀ ਦਾ ਕੈਂਸਰ ਹੋ ਜਾਂਦਾ ਹੈ। ਤਾਂ ਸਾਡੀ ਧਰਤੀ ਤੱਕ ਪਹੁੰਚਣ ਤੋਂ ਬਚਾਉਣ ਲਈ ਇਹਨਾਂ ਕਿਰਨਾਂ ਨੂੰ ਸਾਡੀ ਧਰਤੀ ਤੱਕ ਪਹੁੰਚਣ ਤੋਂ ਬਚਾਉਣ ਲਈ ਇੱਕ ਓਜ਼ੋਨ ਲੇਅਰ ਹੁੰਦੀ ਹੈ ਜੋ ਇੱਕ ਗਿਲਾਫ ਦਾ ਕੰਮ ਕਰਦੀ ਹੈ, ਜੋ ਸੂਰਜ ਤੋਂ ਆ ਰਹੀਆਂ ਪਰਾਬੈਂਗਨੀ ਕਿਰਨਾਂ ਨੂੰ ਆਪਣੇ ਅੰਦਰ ਸੋਖ ਲੈਂਦੀ ਹੈ।
ਅਤੇ ਇਸ ਨੂੰ ਧਰਤੀ ਤੱਕ ਨਹੀਂ ਪਹੁੰਚਣ ਦਿੰਦੀ। ਪਰੰਤੂ ਮਨੁੱਖ ਦੁਆਰਾ ਕਲੋਰੋਫਲੋਰੋਕਾਰਬਨ ਤੱਤਾਂ ਦੀ ਵਰਤੋਂ ਨਾਲ ਓਜ਼ੋਨ ਪਰਤ ਨੂੰ ਨਸ਼ਟ ਹੋ ਰਹੀ ਹੈ ਅਤੇ ਇਹ ਸਾਡੇ ਭਵਿੱਖ ਲਈ ਨਾਸ਼ ਦਾ ਕਾਰਨ ਬਣੇਗੀ। ਇਸ ਤੋਂ ਇਲਾਵਾ ਦਰੱਖਤ ਸਾਨੂੰ ਆਕਸੀਜਨ ਦਿੰਦੇ ਹਨ ਅਤੇ ਪ੍ਰਦੂਸ਼ਣ ਨੂੰ ਕਾਬੂ ਕਰਦੇ ਹਨ। ਇਸ ਲਈ ਇਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਉਗਾਉਣਾ ਚਾਹੀਦਾ ਹੈ। ਹੁਣ ਉਪਰੋਕਤ ਵੱਖ-ਵੱਖ ਤੱਤਾਂ ਦੀ ਸੰਭਾਲ ਬਾਰੇ ਜਾਣਕਾਰੀ ਵਿਗਿਆਨ ਵਿੱਚੋਂ ਹੀ ਉਪਲਬਧ ਹੁੰਦੀ ਹੈ। ਹੁਣ ਆਪਾਂ ਇਹ ਸਾਰਾ ਟੌਪਿਕ ਕੰਪਲੀਟ ਕਰ ਲਏ। ਇਹਦੇ ਪੁਆਇੰਟ ਸੀਗੇ: ਸਰੀਰ ਲਈ ਗਿਆਨ, ਭੋਜਨ ਬਾਰੇ ਗਿਆਨ, ਟੈਸਟ, ਬਿਮਾਰੀਆਂ ਦਾ ਇਲਾਜ, ਮਸ਼ੀਨੀਕਰਨ, ਵਾਤਾਵਰਣੀ ਗਿਆਨ, ਦਵਾਈਆਂ ਬਾਰੇ ਗਿਆਨ, ਜ਼ਰੂਰੀ ਤੱਤਾਂ ਦੀ ਸੰਭਾਲ। ਕੱਲ੍ਹ ਆਪਾਂ ਕਰਾਂਗੇ ਵਾਤਾਵਰਣ ਅਤੇ ਵਿਗਿਆਨ। ਥੈਂਕ ਯੂ।